ਮਿਸ਼ਰਾ ਜੀ ਦੇ ਘਰ ਵਿੱਚ ਕੋਈ ਕਮੀ ਨਹੀਂ ਸੀ। ਉਹਨਾਂ ਦਾ ਛੋਟਾ ਮੁੰਡਾ ਮਨੀਮ ਸੀ ਤੇ ਉਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਮਿਸ਼ਰਾ ਜੀ ਦੇ 3 ਧੀਆਂ ਸੀ। ਉਹਨਾਂ ਦੀ ਘਰਵਾਲੀ ਸੰਤੋਸ਼ ਸੀ, ਜੋ ਕਿ ਬਹੁਤ ਹੀ ਪਤੀਵਰਤਾ ਇਸਤਰੀ ਸੀ। ਆਪਣੇ ਘਰ ਪਰਿਵਾਰ ਨੂੰ ਹੀ ਉਹ ਸਭ ਕੁਝ ਮੰਨਦੀ ਸੀ। ਮਿਸ਼ਰਾ ਜੀ ਦੀਆਂ 3 ਧੀਆਂ ਵਿੱਚੋਂ ਰੇਖਾ ਸਭ ਤੋਂ ਵੱਡੀ ਸੀ, ਜੋ ਸੁਭਾਅ ਵਿੱਚ ਥੋੜੀ ਜਿਹੀ ਚੰਚਲ ਸੀ ਤੇ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਸੀ। ਤਿੰਨੇ ਭੈਣਾਂ ਨਾਲ ਨਾਲ ਖੇਲਦੀਆਂ, ਪੜ੍ਹੀਆਂ। ਜਿੱਥੇ ਵੀ ਜਾਂਦੀਆਂ ਉੱਥੋਂ ਦਾ ਮਾਹੌਲ ਵਧੀਆ ਹੋ ਜਾਂਦਾ। ਹੌਲੀ ਹੌਲੀ ਰੇਖਾ ਵੱਡੀ ਹੋ ਗਈ। ਉਸਨੇ ਆਪਣੀ 12ਵੀਂ ਦੀ ਪੜ੍ਹਾਈ ਪੂਰੀ ਕੀਤੀ। ਫਿਰ ਉਹ BA ਕਰਨ ਲਈ ਕਹਿਣ ਲੱਗੀ, ਪਰ ਪੈਸਿਆਂ ਦੀ ਕਮੀ ਕਰਕੇ ਤਿੰਨੇ ਧੀਆਂ ਦੇ ਵਿਆਹ ਦਾ ਖਰਚਾ ਸੋਚਦੇ ਹੋਏ ਮਿਸ਼ਰਾ ਜੀ ਨੇ ਰੇਖਾ ਨੂੰ ਅੱਗੇ ਪੜ੍ਹਨ ਤੋਂ ਨਾ ਕਰ ਦਿੱਤਾ ਕਿ ਹੁਣ ਤੂੰ ਆਪਣੀ ਮਾਂ ਤੋਂ ਘਰ ਦੇ ਕੰਮ ਸਿੱਖ, ਨਹੀਂ ਤਾਂ ਸਹੁਰਿਆਂ ਵਿੱਚ ਮੁਸ਼ਕਲ ਹੋ ਜਾਊਗੀ। ਇੰਨਾ ਸੁਣਦੇ ਹੀ ਰੇਖਾ ਉਦਾਸ ਹੋ ਗਈ ਤੇ ਕਮਰੇ ਵਿੱਚ ਚਲੀ ਗਈ। ਰੇਖਾ ਦੀ ਮਾਂ ਨੂੰ ਆਪਣੀ ਧੀ ਦਾ ਸੁਭਾਅ ਚੰਗਾ ਨਾ ਲੱਗਿਆ। ਮੁਨੀਮ ਜੀ ਅਤੇ ਸੰਤੋਸ਼ ਜੀ ਵਿੱਚ ਬਹਿਸ ਹੋ ਗਈ। ਆਪਣੀ ਧੀ ਨੂੰ ਏਦਾਂ ਨਾਰਾਜ਼ ਹੁੰਦੇ ਦੇਖ ਸੰਤੋਸ਼ ਜੀ ਨੂੰ ਚੰਗਾ ਨਾ ਲੱਗਿਆ। ਉਹਨਾਂ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੁਹਾਨੂੰ ਕੀ ਲੋੜ ਸੀ ਇਸ ਤਰ੍ਹਾਂ ਬੋਲਣ ਦੀ? ਹਾਲੇ ਉਹ ਬੱਚੀ ਹੈ, ਹੁਣ ਤੁਹਾਡੀ ਧੀ ਬੱਚੀ ਨਹੀਂ ਰਹਿ ਗਈ। ਪਰ ਸੰਤੋਸ਼ ਜੀ ਦੇ ਘਰ ਵਾਲੇ ਨੇ ਕਿਹਾ ਕਿ ਬੱਚੇ ਭਾਵੇਂ ਕਿੰਨੇ ਵੀ ਵੱਡੇ ਹੋ ਜਾਣ, ਬੱਚੇ ਹੀ ਰਹਿੰਦੇ ਨੇ। ਫਿਰ ਸੰਤੋਸ਼ ਜੀ ਨੇ ਕਿਹਾ, ਮੁਨੀਮ ਜੀ, ਚਾਹੇ ਤੁਸੀਂ ਕਿੰਨਾ ਹੀ ਪੜ੍ਹਾ ਲਓ, ਸਹੁਰਿਆਂ ਵਿੱਚ ਡਿਗਰੀਆਂ ਦਾ ਕੋਈ ਕੰਮ ਨਹੀਂ। ਚੁੱਲ੍ਹਾ ਚੌਂਕਾ ਤਾਂ ਸੰਭਾਲਣਾ ਹੀ ਪੈਂਦਾ ਹੈ। ਰੇਖਾ ਦੇ ਪਿਓ ਨੇ ਕਿਹਾ ਕਿ ਸਹੁਰੇ ਜਾਣ ਤੋਂ ਬਾਅਦ ਆਪੇ ਸਭ ਕੁਝ ਆ ਜਾਂਦਾ ਹੈ। ਸਮਾਂ ਤੇ ਹਾਲਾਤ ਇਨਸਾਨ ਨੂੰ ਸਭ ਸਿਖਾ ਦਿੰਦੇ ਨੇ। ਰੇਖਾ ਦੇ ਪਿਓ ਨੇ ਕਿਹਾ ਕਿ ਮੈਨੂੰ ਕੋਈ ਲੋਟਰੀ ਨਹੀਂ ਲੱਗੀ ਜੋ ਮੈਂ ਉਸ ਨੂੰ ਡਿਗਰੀਆਂ ਕਰਾਵਾਂ। ਮੈਂ ਵਿਆਹ ਦਾ ਖਰਚਾ ਕਿੱਥੋਂ ਕਰੂੰਗਾ? ਇੰਨੇ ਨੂੰ ਰੇਖਾ ਦੀ ਛੋਟੀ ਭੈਣ ਨੇ ਆ ਕੇ ਮਾਂ ਨੂੰ ਕਿਹਾ ਕਿ ਮਾਂ ਦੇਖੋ, ਭੈਣ ਰੋਈ ਜਾ ਰਹੀ ਹੈ। ਉਸ ਦੀ ਆਵਾਜ਼ ਸੁਣਦੇ ਹੋਏ ਮੁਨੀਮ ਜੀ ਤੇ ਸੰਤੋਸ਼ ਜੀ ਦੇ ਵਿੱਚ ਬਹਿਸ ਹੋਣ ਲੱਗੀ। ਮੁਨੀਮ ਜੀ ਨੇ ਰੇਖਾ ਦੀ ਰਿਸ਼ਤੇ ਦੀ ਕੋਸ਼ਿਸ਼ ਕਰਨ ਲੱਗੇ। ਆਪਣੇ ਕੁਝ ਰਿਸ਼ਤੇਦਾਰਾਂ ਨੂੰ ਵੀ ਕਿਹਾ ਕਿ ਜੇ ਕੋਈ ਵਧੀਆ ਘਰ ਹੋਵੇ ਤਾਂ ਤੁਸੀਂ ਮੈਨੂੰ ਦੱਸੋ, ਤੁਹਾਡੀ ਬਹੁਤ ਕਿਰਪਾ ਹੋਊਗੀ। ਰਿਸ਼ਤੇਦਾਰਾਂ ਨੇ ਬੜੇ ਰਿਸ਼ਤੇ ਦੱਸੇ। ਕਿਤੇ ਮੁੰਡਾ ਠੀਕ ਹੁੰਦਾ ਤੇ ਧਨ ਦੌਲਤ ਨਾ ਹੁੰਦੀ। ਜਿੱਥੇ ਪੈਸਾ ਹੁੰਦਾ ਉੱਥੇ ਮੁੰਡਾ ਕੁਝ ਨਹੀਂ ਸੀ ਕਰਦਾ। ਜਿੱਥੇ ਸਭ ਕੁਝ ਹੁੰਦਾ ਉੱਥੇ ਮੁੰਡੇ ਦੀ ਮਾਂ ਸੌਤੇਲੀ ਹੁੰਦੀ। ਉਹ ਇੱਕ ਅਜਿਹੇ ਰਿਸ਼ਤੇ ਦੀ ਤਲਾਸ਼ ਵਿੱਚ ਸੀ ਜੋ ਕਿ ਘਰ ਪਰਿਵਾਰ ਵਧੀਆ ਹੋਵੇ, ਮੁੰਡੇ ਨੇ ਘੱਟੋ ਘੱਟ BA ਤਾਂ ਕੀਤੀ ਹੋਵੇ ਤੇ ਸਰਕਾਰੀ ਨੌਕਰੀ ਹੋਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਵੇ। ਪਰ ਹਰ ਇੱਕ ਨੂੰ ਸਭ ਕੁਝ ਨਹੀਂ ਮਿਲਦਾ। ਰਿਸ਼ਤੇ ਲੱਭਣ ਵਿੱਚ ਕਿਤੇ ਨਾ ਕਿਤੇ ਸਮਝੌਤਾ ਕਰਨਾ ਹੀ ਪੈਂਦਾ ਹੈ। ਫਿਰ ਇੱਕ ਮੁੰਡਾ ਰਮੇਸ਼, ਜੋ ਆਪਣੇ ਪਿਓ ਦੀ ਥਾਂ ਤੇ ਕਲਰਕ ਲੱਗਿਆ ਸੀ, ਉਹ ਕੰਮ ਕਰਦਾ ਸੀ। ਥੋੜੀ ਬਹੁਤ ਜ਼ਮੀਨ ਵੀ ਸੀ। ਉਸ ਦੇ ਪਰਿਵਾਰ ਵਿੱਚ ਮਾਂ, ਇੱਕ ਵੱਡਾ ਭਰਾ, ਉਸ ਦੀ ਭਾਬੀ ਤੇ ਇੱਕ ਭਤੀਜਾ ਸੀ ਜੋ ਕਿ ਸਭ ਦਾ ਲਾਡਲਾ ਸੀ। ਮਿਸ਼ਰਾ ਜੀ ਨੂੰ ਸਭ ਤੋਂ ਚੰਗਾ ਰਿਸ਼ਤਾ ਇਹੀ ਲੱਗਿਆ। ਜਦੋਂ ਲੈਣ ਦੇਣ ਦੀ ਗੱਲ ਹੋਈ ਉਦੋਂ ਹੀ ਪਤਾ ਲੱਗਿਆ ਕਿ ਉਹਦੀ ਥਾਂ ਤੇ ਚਾਚੇ ਨਾਲ ਗੱਲ ਕਰਨੀ ਹੈ, ਮੁੰਡੇ ਦਾ ਪਿਓ ਨਹੀਂ ਹੈ। ਦੋਨਾਂ ਧਿਰਾਂ ਦੇ ਵਿੱਚ ਬਹੁਤ ਹੀ ਪ੍ਰੇਮ ਨਾਲ ਗੱਲ ਹੋਈ। ਰੇਖਾ ਦੇ ਪਿਓ ਨੇ ਹੱਥ ਜੋੜ ਕੇ ਕਿਹਾ, ਸਾਡੇ ਕੋਲ ਦੇਣ ਲਈ ਕੁਝ ਜ਼ਿਆਦਾ ਨਹੀਂ, ਕੋਸ਼ਿਸ਼ ਕਰਾਂਗੇ ਕਿ ਬਰਾਤ ਦੇ ਸਵਾਗਤ ਵਿੱਚ ਕੋਈ ਕਮੀ ਨਾ ਰਵੇ। ਮੁੰਡੇ ਦੇ ਘਰਦਿਆਂ ਨੇ ਵੀ ਇਸ ਗੱਲ ਤੇ ਹਾਮੀ ਭਰ ਦਿੱਤੀ ਕਿ ਤੁਸੀਂ ਚਿੰਤਾ ਨਾ ਕਰੋ, ਸਾਨੂੰ ਸਿਰਫ ਕੁੜੀ ਸੰਸਕਾਰੀ ਚਾਹੀਦੀ ਹੈ ਜੋ ਸਾਡਾ ਘਰ ਸੰਭਾਲੇ। ਇੰਨਾ ਸੁਣ ਕੇ ਰੇਖਾ ਦਾ ਪਿਓ ਖੁਸ਼ੀ ਨਾਲ ਫੁੱਲਿਆ ਨਾ ਸਮਾਇਆ ਅਤੇ ਰਮੇਸ਼ ਦੇ ਘਰ ਵਾਲਿਆਂ ਨੂੰ ਮੁਨੀਮ ਜੀ ਦਾ ਭੋਲਾਪਣ ਪਸੰਦ ਆ ਗਿਆ ਅਤੇ ਉਹਨਾਂ ਦੇ ਕਹਿਣ ਤੇ ਸਾਰਾ ਪਰਿਵਾਰ ਰੇਖਾ ਨੂੰ ਦੇਖਣ ਉਹਨਾਂ ਦੇ ਘਰ ਆਉਣ ਲਈ ਤਿਆਰ ਹੋ ਗਏ। ਰੇਖਾ ਦਾ ਪਿਓ ਬਾਰ-ਬਾਰ ਘੜੀ ਦੇਖੀ ਜਾ ਰਿਹਾ ਸੀ ਅਤੇ ਰੇਖਾ ਦੀ ਮਾਂ ਸੰਤੋਸ਼ ਜੀ ਨੇ ਆਪਣੇ ਘਰ ਵਾਲੇ ਨੂੰ ਕਿਹਾ, ਹੁਣ ਤੁਸੀਂ ਬਹਿ ਵੀ ਜਾਓ, ਸਮਾਂ ਹੋ ਗਿਆ ਹੈ, ਉਹ ਆਉਂਦੇ ਹੋਣਗੇ। ਅਚਾਨਕ ਉਹਨਾਂ ਦਾ ਦਰਵਾਜ਼ਾ ਖੜਕਿਆ ਤਾਂ ਰੇਖਾ ਦੇ ਪਿਓ ਨੇ ਦਰਵਾਜ਼ਾ ਖੋਲ੍ਹਦੇ ਹੋਏ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਅੰਦਰ ਲੈ ਕੇ ਆਏ। ਫਿਰ ਉਹਨਾਂ ਨੂੰ ਸੋਫੇ ਉੱਤੇ ਬੈਠਣ ਲਈ ਇਸ਼ਾਰਾ ਕੀਤਾ। ਏਦਾਂ ਹੀ ਗੱਲਾਂ ਸ਼ੁਰੂ ਹੋ ਗਈਆਂ। ਰੇਖਾ ਨੇ ਪਿਓ ਨੇ ਹੌਲੀ-ਹੌਲੀ ਆਪਣੇ ਸਾਰੇ ਪਰਿਵਾਰ ਦਾ ਪਰਿਚੈ ਦਿੱਤਾ। ਕੁਝ ਸਮੇਂ ਬਾਅਦ ਰੇਖਾ ਚਾਹ ਲੈ ਕੇ ਸਭ ਦੇ ਸਾਹਮਣੇ ਆਈ ਅਤੇ ਰਮੇਸ਼ ਨੂੰ ਦੇਖਣ ਲੱਗੀ। ਉਸ ਤੋਂ ਬਾਅਦ ਉਹ ਚਾਹ ਰੱਖ ਕੇ ਫੇਰ ਚਲੀ ਗਈ। ਰੇਖਾ ਦੇ ਪਿਓ ਨੇ ਕਿਹਾ, ਇਹ ਮੇਰੀ ਧੀ ਰੇਖਾ ਹੈ, ਤੁਹਾਨੂੰ ਕਿਹੋ ਜਿਹੀ ਲੱਗੀ? ਸਭ ਨੇ ਰਮੇਸ਼ ਵੱਲ ਦੇਖਿਆ ਤਾਂ ਰਮੇਸ਼ ਨੇ ਸ਼ਰਮਾਉਂਦੇ ਹੋਏ ਕਿਹਾ ਕਿ ਮੈਨੂੰ ਪਸੰਦ ਹੈ। ਸਾਰੇ ਬਹੁਤ ਖੁਸ਼ ਹੋ ਗਏ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਉਣ ਲੱਗੇ। ਰਮੇਸ਼ ਨੇ ਕਿਹਾ ਕਿ ਮੈਂ ਰੇਖਾ ਨੂੰ ਮਿਲ ਸਕਦਾ ਹਾਂ? ਰੇਖਾ ਦੇ ਪਿਓ ਨੇ ਕਿਹਾ, ਹਾਂ ਹਾਂ ਬੇਟਾ, ਕਿਉਂ ਨਹੀਂ,
ਤੁਸੀਂ ਦੋਨੋਂ ਇੱਕ ਦੂਜੇ ਨਾਲ ਗੱਲ ਕਰ ਸਕਦੇ ਹੋ। ਰਮੇਸ਼ ਦੇ ਭਰਾ ਨੇ ਪੰਡਤ ਜੀ ਨੂੰ ਬੁਲਾਇਆ ਤੇ ਮਹੂਰਤ ਦੇ ਅਨੁਸਾਰ ਦਿਨ, ਤਰੀਕ ਤੇ ਸਮਾਂ ਤੈਅ ਕੀਤਾ। ਆਖਰ ਉਹ ਦਿਨ ਵੀ ਆ ਗਿਆ। ਸਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਸੀ, ਘਰ ਵਿੱਚ ਰੌਣਕ ਸੀ। ਖਰੀਦਦਾਰੀ ਸ਼ੁਰੂ ਹੋ ਗਈ ਸੀ। ਰੇਖਾ ਦੀਆਂ ਦੋਨੋਂ ਭੈਣਾਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਕਿ ਮੈਂ ਰੇਖਾ ਦੀਦੀ ਦੇ ਵਿਆਹ ਤੇ ਇਹ ਕੱਪੜੇ ਪਾਉਂਗੀ, ਇਦਾਂ ਦਾ ਲਹਿੰਗਾ ਪਾਉਂਗੀ। ਪਰ ਦੂਜੇ ਪਾਸੇ ਰੇਖਾ ਆਪਣੀਆਂ ਭੈਣਾਂ ਨੂੰ ਦੇਖਦੀ ਰਹੀ। ਫਿਰ ਰੇਖਾ ਦੀ ਮਾਂ ਨੇ ਰੇਖਾ ਨੂੰ ਕਿਹਾ ਕਿ ਚੱਲ ਜਲਦੀ, ਨਹਾਉਣ ਦਾ ਸਮਾਂ ਆ ਗਿਆ ਤੇ ਪੰਡਤ ਜੀ ਆਉਂਦੇ ਹੀ ਹੋਣਗੇ। ਰੇਖਾ ਨੇ ਪੀਲੀ ਸਾੜੀ ਤੇ ਲਾਲ ਚੁੰਨੀ ਲਿੱਤੀ ਤੇ ਹੱਥਾਂ ਵਿੱਚ ਚੂੜੀਆਂ ਸੀ। ਉਹ ਬਹੁਤ ਸੋਹਣੀ ਲੱਗ ਰਹੀ ਸੀ। ਇੰਨੇ ਵਿੱਚ ਹੀ ਬੈਂਡ ਬਾਜ਼ਿਆਂ ਦੀ ਆਵਾਜ਼ ਆਉਣ ਲੱਗੀ। ਇੰਨੇ ਵਿੱਚ ਬਾਹਰੋਂ ਆਵਾਜ਼ ਆਈ ਕਿ ਬਰਾਤ ਆ ਗਈ। ਜੀਜਾ ਜੀ ਬਹੁਤ ਸੋਹਣੇ ਲੱਗ ਰਹੇ ਨੇ। ਪੂਰੀਆਂ ਰਸਮਾਂ ਰਿਵਾਜ਼ਾਂ ਨਾਲ ਵਿਆਹ ਹੋਇਆ। ਹੁਣ ਰੇਖਾ ਦੀ ਭਿੱਜੀਆਂ ਅੱਖਾਂ ਨਾਲ ਵਿਦਾਈ ਦਾ ਸਮਾਂ ਆ ਗਿਆ ਸੀ। ਉਹ ਸਭ ਨੂੰ ਮਿਲੀ, ਉਸ ਦੀ ਵਿਦਾਈ ਹੋਈ। ਉਧਰ ਰਮੇਸ਼ ਦੇ ਘਰ ਵਾਲੇ ਬੇਸਬਰੀ ਨਾਲ ਨਵੀਂ ਦੁਲਹਨ ਦਾ ਇੰਤਜ਼ਾਰ ਕਰ ਰਹੇ ਸੀ। ਰੇਖਾ ਦੀ ਸੱਸ, ਉਸ ਦੀ ਜਠਾਣੀ ਅਤੇ ਆਏ ਹੋਏ ਰਿਸ਼ਤੇਦਾਰਾਂ ਨੇ ਰੇਖਾ ਦਾ ਸਵਾਗਤ ਕੀਤਾ। ਘਰ ਵਿੱਚ ਦਾਖਲ ਹੁੰਦੇ ਹੀ ਗੀਤ ਗਾਏ ਗਏ। ਰਮੇਸ਼ ਦਾ ਭਤੀਜਾ ਰੇਖਾ ਨੂੰ ਆਪਣੇ ਖਿਡੌਣੇ ਦਿਖਾ ਰਿਹਾ ਸੀ। ਸਾਰੇ ਹੀ ਬਹੁਤ ਖੁਸ਼ ਸੀ। ਰੇਖਾ ਦੀ ਜਠਾਣੀ ਸਿੰਮੀ ਨੇ ਰੇਖਾ ਨੂੰ ਆਪਣੀ ਛੋਟੀ ਭੈਣ ਵਾਂਗ ਘਰ ਦੇ ਸਾਰੇ ਤੌਰ ਤਰੀਕੇ ਸਮਝਾਏ ਸੀ। ਸਾਰੀਆਂ ਰਸਮਾਂ ਰਿਵਾਜ਼ਾਂ ਤੋਂ ਬਾਅਦ ਰੇਖਾ ਨੂੰ ਰਮੇਸ਼ ਦੇ ਕਮਰੇ ਵਿੱਚ ਜਾਣ ਲਈ ਕਿਹਾ। ਉਹ ਸੁਨਹਿਰਾ ਪਲ ਸੀ ਜਿਸ ਦਾ ਰਮੇਸ਼ ਨੂੰ ਇੰਤਜ਼ਾਰ ਸੀ। ਰੇਖਾ ਦਾ ਕਮਰਾ ਬਹੁਤ ਸੋਹਣਾ ਸਜਿਆ ਹੋਇਆ ਸੀ। ਦੋਨਾਂ ਨੇ ਆਪਸ ਵਿੱਚ ਕਾਫੀ ਸਮਾਂ ਗੱਲਾਂ ਕੀਤੀਆਂ। ਜਦੋਂ ਵਿਆਹ ਨੂੰ 2-3 ਮਹੀਨੇ ਹੋ ਗਏ ਤਾਂ ਰੇਖਾ ਮਾਂ ਬਣਨ ਵਾਲੀ ਸੀ। ਪਰਿਵਾਰ ਵਿੱਚ ਸਾਰੇ ਖੁਸ਼ ਸੀ। ਸਾਰੇ ਲੋਕ ਉਸ ਦਾ ਬਹੁਤ ਖਿਆਲ ਰੱਖਦੇ। ਰੇਖਾ ਦੀ ਸੱਸ ਤਾਂ ਉਸ ਨੂੰ ਕੁਝ ਵੀ ਕਰਨ ਨਹੀਂ ਦਿੰਦੀ ਸੀ। ਬਸ ਰੇਖਾ ਨੂੰ ਆਰਾਮ ਕਰਨ ਲਈ ਕਹਿ ਦਿੰਦੀ ਕਿ ਕਿਸੇ ਚੀਜ਼ ਦੀ ਲੋੜ ਹੋਵੇ ਮੈਨੂੰ ਕਹੀਂ। ਰੇਖਾ ਆਪਣੇ ਦਿਲ ਵਿੱਚ ਆਪਣੀ ਸੱਸ ਦੀਆਂ ਗੱਲਾਂ ਸੋਚਦੀ ਕਿ ਮੈਂ ਕਿੰਨੀ ਕਿਸਮਤ ਵਾਲੀ ਹਾਂ ਜੋ ਮੈਨੂੰ ਐਵੇਂ ਦੀ ਸੱਸ ਮਿਲੀ ਹੈ ਜੋ ਮੇਰਾ ਇੰਨਾ ਖਿਆਲ ਕਰਦੀ ਹੈ। ਰੇਖਾ ਦੀ ਸੱਸ ਤੇ ਜਠਾਣੀ ਦੋਨੋਂ ਹੀ ਉਸ ਦਾ ਬਹੁਤ ਧਿਆਨ ਰੱਖਦੀਆਂ ਸੀ। ਉਸ ਨੂੰ ਕੁਝ ਮੰਗਣ ਦੀ ਲੋੜ ਨਹੀਂ ਸੀ ਪੈਂਦੀ। ਉਸ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਸ ਦੀ ਸੱਸ ਅਤੇ ਜਠਾਣੀ ਹਰ ਇੱਛਾ ਪੂਰੀ ਕਰ ਦਿੰਦੀਆਂ ਸੀ। ਉਸ ਨੂੰ ਸ਼ਹਿਰ ਦੇ ਵੱਡੇ ਡਾਕਟਰ ਨੂੰ ਦਿਖਾਇਆ ਜਾਂਦਾ ਸੀ। ਹਰ ਮਹੀਨੇ ਰੇਖਾ ਦਾ ਚੈੱਕਅਪ ਕਰਾਉਣ ਲਈ ਰਮੇਸ਼ ਲੈ ਜਾਂਦਾ। ਉਹ ਵੀ ਰੇਖਾ ਦਾ ਬਹੁਤ ਧਿਆਨ ਰੱਖਦਾ ਸੀ। ਆਖਰ ਉਹ ਦਿਨ ਆ ਗਿਆ ਜਿਸ ਦਿਨ ਰਮੇਸ਼ ਅਤੇ ਉਸ ਦੇ ਘਰਦਿਆਂ ਨੂੰ ਇੰਤਜ਼ਾਰ ਸੀ। ਰਾਤ ਨੂੰ 10 ਵਜੇ ਦੇ ਕਰੀਬ ਰੇਖਾ ਨੂੰ ਦਰਦ ਸ਼ੁਰੂ ਹੋ ਗਏ। ਰੇਖਾ ਨੂੰ ਹਸਪਤਾਲ ਲੈ ਕੇ ਗਏ। ਜਦੋਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਤਾਂ ਇੱਕ ਨਰਸ ਨੇ ਅੰਦਰੋਂ ਆ ਕੇ ਕਿਹਾ ਕਿ ਬੱਚੇ ਦੀ ਧੜਕਣ ਹੌਲੀ ਹੈ, ਇਸ ਕਰਕੇ ਰੇਖਾ ਦਾ ਆਪਰੇਸ਼ਨ ਕਰਨਾ ਪਵੇਗਾ, ਨਹੀਂ ਤਾਂ ਮਾਂ ਤੇ ਬੱਚੇ ਦੋਨਾਂ ਨੂੰ ਖਤਰਾ ਹੈ। ਰਮੇਸ਼ ਬੇਚੈਨ ਹੋ ਗਿਆ। ਉਸਨੇ ਕਿਹਾ ਤੁਸੀਂ ਆਪਰੇਸ਼ਨ ਕਰ ਦਿਓ, ਮੈਨੂੰ ਦੋਨੋਂ ਹੀ ਠੀਕ ਚਾਹੀਦੇ ਨੇ। ਉਸ ਤੋਂ ਬਾਅਦ ਰਮੇਸ਼ ਦੇ ਸਾਈਨ ਕਰਵਾਏ ਗਏ ਅਤੇ ਰੇਖਾ ਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਕੇ ਗਏ। 15 ਮਿੰਟਾਂ ਤੋਂ ਬਾਅਦ ਨਰਸ ਇੱਕ ਬੱਚੇ ਨੂੰ ਆਪਣੀ ਗੋਦੀ ਵਿੱਚ ਲੈ ਕੇ ਆਂਦੀ ਹੋਈ ਬਾਹਰ ਆਈ। ਰਮੇਸ਼ ਤੇ ਉਸ ਦੀ ਮਾਂ ਅਤੇ ਉਸ ਦੀ ਭਰਜਾਈ ਸਿੰਮੀ ਇੰਤਜ਼ਾਰ ਕਰ ਰਹੇ ਸੀ। ਨਰਸ ਨੇ ਬੱਚਾ ਰੇਖਾ ਦੀ ਜਠਾਣੀ ਦੇ ਹੱਥ ਵਿੱਚ ਦੇ ਦਿੱਤਾ। ਉਸ ਦੀ ਸੱਸ ਜਾਣਨਾ ਚਾਹੁੰਦੀ ਸੀ ਕਿ ਇਹ ਮੁੰਡਾ ਹੈ ਜਾਂ ਕੁੜੀ। ਦੇਖਦੇ ਹੀ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਉਸ ਨੇ ਮੂੰਹ ਬਣਾ ਲਿਆ ਤੇ ਕਿਹਾ ਕੁੜੀ ਹੋਈ ਹੈ। ਉਸ ਨੂੰ ਮੁੰਡੇ ਦੀ ਚਾਹਤ ਸੀ। ਰੇਖਾ ਦੀ ਸੱਸ ਦਾ ਵਰਤਾਓ ਉੱਥੇ ਹੀ ਬਦਲ ਗਿਆ। ਜਦੋਂ ਕਿ ਮੁੰਡਾ ਜਾਂ ਕੁੜੀ ਤਾਂ ਪਰਮਾਤਮਾ ਦੀ ਦੇਣ ਹੈ, ਪਰ ਕੁਝ ਔਰਤਾਂ ਇਸ ਲਈ ਔਰਤ ਨੂੰ ਹੀ ਜ਼ਿੰਮੇਦਾਰ ਮੰਨਦੀਆਂ ਨੇ। ਆਪਰੇਸ਼ਨ ਹੋਣ ਤੋਂ 1 ਹਫ਼ਤਾ ਬਾਅਦ ਰੇਖਾ ਘਰ ਆਈ। ਉਸਨੇ ਦੇਖਿਆ ਕਿ ਕੁੜੀ ਹੋਣ ਕਰਕੇ ਉਸ ਦੀ ਜਠਾਣੀ ਤੇ ਉਸ ਦੀ ਸੱਸ ਜੋ ਉਸ ਨੂੰ ਪਲਕਾਂ ਤੇ ਬਿਠਾ ਕੇ ਰੱਖਦੀਆਂ ਸੀ, ਪਰ ਹੁਣ ਉਹਨਾਂ ਦੇ ਵਿਹਾਰ ਬਦਲ ਗਏ ਸੀ। ਜਿਸ ਸਮੇਂ ਉਸ ਨੂੰ ਉਹਨਾਂ ਦੇ ਸਹਾਰੇ ਦੀ ਲੋੜ ਸੀ, ਉਸ ਸਮੇਂ ਉਸ ਦੇ ਨਾਲ ਕੋਈ ਨਹੀਂ ਸੀ। ਜੇਕਰ ਕੋਈ ਨਾਲ ਸੀ ਤਾਂ ਉਹਦਾ ਘਰ ਵਾਲਾ ਰਮੇਸ਼। ਹੁਣ ਪਰਿਵਾਰ ਦੀ ਵੱਡੀ ਨੂੰਹ ਦੀ ਥਾਂ ਸਭ ਤੋਂ ਉੱਤੇ ਸੀ। ਰੇਖਾ ਨੂੰ ਛੋਟੀ-ਛੋਟੀ ਗੱਲਾਂ ਤੇ ਜਲੀਲ ਕੀਤਾ ਜਾਂਦਾ ਸੀ। ਉਸ ਦੀ ਸੱਸ ਦਾ ਇਹੀ ਕੰਮ ਰਹਿ ਗਿਆ ਸੀ। ਇੱਥੋਂ ਤੱਕ ਕਿ ਉਸ ਦੇ ਖਾਣ-ਪੀਣ ਤੇ ਵੀ ਪਾਬੰਦੀ ਲਾ ਦਿੱਤੀ ਜਾਂਦੀ। ਜਦੋਂ ਵੀ ਇਹ ਸਭ ਰਮੇਸ਼ ਬਹੁਤ ਦਿਨਾਂ ਤੋਂ ਦੇਖਦਾ ਆ ਰਿਹਾ ਸੀ। ਹੁਣ ਉਸ ਤੋਂ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਉਸਨੇ ਆਪਣੀ ਮਾਂ ਨੂੰ ਸਿੱਧੇ ਸ਼ਬਦਾਂ ਵਿੱਚ ਕਿਹਾ ਕਿ ਮੈਂ ਅਲੱਗ ਹੋਣਾ ਹੈ। ਉਸ ਦੀ ਮਾਂ ਦੀ ਵੀ ਇਹੀ ਇੱਛਾ ਸੀ ਕਿਉਂਕਿ ਉਹ ਬਹੁਤ ਦਿਨਾਂ ਤੋਂ ਚਾਹੁੰਦੀ ਸੀ। ਰੇਖਾ ਆਪਣੇ ਘਰ ਵਿੱਚ ਇੱਕ ਗੈਰ ਬਣ ਗਈ ਸੀ। ਜੋ ਸੱਸ ਉਸ ਦੀ ਇੰਨੀ ਦੇਖਭਾਲ ਕਰਦੀ, ਅੱਜ ਉਸ ਦਾ ਚਿਹਰਾ ਤੱਕ ਨਹੀਂ ਦੇਖਦੀ ਸੀ। ਉਸ ਨੂੰ ਆਪਣੀ ਵੱਡੀ ਨੂੰਹ ਦੇ ਮੁੰਡੇ ਯਾਨੀ ਕਿ ਸ਼ੁਭਮ ਦੇ ਉੱਤੇ ਘਮੰਡ ਸੀ। ਏਦਾਂ ਹੀ ਦਿਨ ਬੀਤਦੇ ਰਹੇ।
ਰੇਖਾ ਦੀ ਕੁੜੀ 1 ਸਾਲ ਦੀ ਹੋ ਗਈ। ਉਸ ਦੀ ਦੇਖਭਾਲ ਉਸਦੇ ਮਾਂ ਤੇ ਪਾਪਾ ਕਰਦੇ। ਦਾਦੀ ਨੇ ਕਦੇ ਹੱਥ ਨਹੀਂ ਸੀ ਲਾਇਆ। ਇੱਕ ਘਰ ਵਿੱਚ ਹੀ 2 ਚੁੱਲ੍ਹੇ ਹੋ ਗਏ ਸੀ, ਪਰ ਇਹੋ ਜਿਹੇ ਹਾਲਾਤਾਂ ਵਿੱਚ ਉਸ ਦੇ ਘਰ ਵਾਲੇ ਨੇ ਉਸ ਦਾ ਸਾਥ ਨਹੀਂ ਛੱਡਿਆ ਤੇ ਆਪਣੀ ਘਰਵਾਲੀ ਤੇ ਕੁੜੀ ਦਾ ਪੂਰਾ ਧਿਆਨ ਰੱਖਦਾ ਸੀ। ਰਮੇਸ਼ ਕਹਿੰਦਾ ਕਿ ਮਾਂ ਸਾਡੇ ਤੋਂ ਨਾਰਾਜ਼ ਹੈ ਕਿਉਂਕਿ ਅਸੀਂ ਉਹਨਾਂ ਨੂੰ ਵਾਰਸ ਨਹੀਂ ਦੇ ਸਕੇ, ਤਾਂ ਰੇਖਾ ਕਹਿੰਦੀ ਹਾਂ, ਪਹਿਲਾਂ ਕਿੰਨੀ ਦੇਖਭਾਲ ਕਰਦੀ ਸੀ ਪਰ ਹੁਣ ਸਾਡੀ ਕੁੜੀ ਨੂੰ ਦੇਖਿਆ ਤੱਕ ਨਹੀਂ। ਰਮੇਸ਼ ਨੇ ਕਿਹਾ, ਕਿਉਂ ਨਾ ਆਪਾਂ ਇੱਕ ਵਾਰੀ ਫੇਰ ਬੱਚੇ ਦੀ ਪਲਾਨਿੰਗ ਕਰੀਏ। ਰੇਖਾ ਨੇ ਕਿਹਾ, ਜੇ ਇਸ ਵਾਰੀ ਕੁੜੀ ਹੋਈ ਫੇਰ? ਰਮੇਸ਼, ਮੁੰਡਾ ਹੋਵੇ ਜਾਂ ਕੁੜੀ, ਅਸੀਂ ਬਸ 2 ਹੀ ਬੱਚੇ ਰੱਖਾਂਗੇ। ਰੇਖਾ ਮਨ ਹੀ ਮਨ ਸੋਚਦੀ, ਇੰਨੇ ਚੰਗੇ ਇਨਸਾਨ ਦੇ ਰੂਪ ਵਿੱਚ ਉਸ ਨੂੰ ਘਰ ਵਾਲਾ ਮਿਲਿਆ ਜੋ ਉਸ ਦਾ ਹਮੇਸ਼ਾ ਸਾਥ ਦਿੰਦਾ ਸੀ, ਚਾਹੇ ਕਿੱਦਾਂ ਦੇ ਵੀ ਹਾਲਾਤ ਹੋਣ। ਕਦੇ ਉਸਨੇ ਰੇਖਾ ਨੂੰ ਇਕੱਲੇ ਨਹੀਂ ਸੀ ਛੱਡਿਆ। ਇੰਨੇ ਵਿੱਚ ਹੀ ਰਮੇਸ਼ ਨੇ ਰੇਖਾ ਨੂੰ ਗਲ ਨਾਲ ਲਾ ਲਿਆ। ਅਗਲੀ ਸਵੇਰ ਜਦੋਂ ਰੇਖਾ ਉੱਠੀ, ਉਸਨੇ ਜਲਦੀ ਨਾਸ਼ਤਾ ਤਿਆਰ ਕੀਤਾ ਕਿਉਂਕਿ ਅੱਜ ਉਸਨੂੰ ਉੱਠਣ ਵਿੱਚ ਦੇਰੀ ਹੋ ਗਈ ਸੀ। ਉਸਨੇ ਰਮੇਸ਼ ਨੂੰ ਉਠਾਇਆ ਕਿ ਜਲਦੀ ਕਰੋ, ਤੁਸੀਂ ਲੇਟ ਹੋ ਜਾਓਗੇ। ਰੇਖਾ ਇੱਕ ਪਾਸੇ ਇਹ ਸੋਚਦੀ ਕਿ ਜੇ ਮੈਂ ਇਸ ਘਰ ਨੂੰ ਵਾਰਸ ਦੇਵਾਂਗੀ ਤਾਂ ਮੇਰੀ ਸੱਸ ਮੈਨੂੰ ਫੇਰ ਤੋਂ ਅਪਣਾ ਲਊਗੀ, ਫਿਰ ਇਕੱਠੇ ਰਵਾਂਗੇ। ਰੇਖਾ ਦਿਨ ਵਿੱਚ ਇਕੱਲੇ ਆਪਣੀ ਕੁੜੀ ਨਾਲ ਰਹਿੰਦੀ, ਉਸਨੂੰ ਕੋਈ ਨਾ ਪੁੱਛਦਾ, ਪਰ ਉਹ ਖੁਸ਼ ਸੀ। ਉਸ ਦਾ ਘਰ ਵਾਲਾ ਉਸਦੇ ਨਾਲ ਸੀ। ਕੁਝ ਮਹੀਨਿਆਂ ਬਾਅਦ ਰੇਖਾ ਫੇਰ ਪ੍ਰੈਗਨੈਂਟ ਹੋ ਗਈ। ਇਹ ਖਬਰ ਉਸਦੀ ਸੱਸ ਤੱਕ ਪਹੁੰਚੀ। ਉਹ ਫੇਰ ਇੱਕ ਵਾਰੀ ਆਪਣੇ ਪੋਤੇ ਬਾਰੇ ਸੋਚਣ ਲੱਗੀ। ਰੇਖਾ ਉਸਦੀ ਕੁੜੀ ਅਤੇ ਰਮੇਸ਼ ਦਾ ਗਰਭਵਤੀ ਹੁੰਦੇ ਵੀ ਧਿਆਨ ਦਿੱਤਾ। ਰਮੇਸ਼ ਆਪਣੀ ਘਰਵਾਲੀ ਦਾ ਬਹੁਤ ਧਿਆਨ ਰੱਖਦਾ ਸੀ। ਉਹ ਰੇਖਾ ਨੂੰ ਡਾਕਟਰ ਕੇ ਜਾਂਦਾ। ਆਖਰ ਨੂੰ ਉਹ ਤਰੀਕ ਵੀ ਆ ਗਈ ਜਿਸ ਤਰੀਕ ਤੇ ਰੇਖਾ ਨੂੰ ਡਾਕਟਰ ਨੇ ਬੁਲਾਇਆ ਸੀ ਤੇ ਆਪਰੇਸ਼ਨ ਹੋਣਾ ਸੀ। ਇਸ ਵਾਰੀ ਉਹਨਾਂ ਨੂੰ ਉਮੀਦ ਸੀ, ਪਰ ਪਰਮਾਤਮਾ ਦੇ ਅੱਗੇ ਕਿਹਦੀ ਚੱਲਦੀ ਹੈ। ਰੇਖਾ ਨੂੰ ਇੱਕ ਵਾਰੀ ਫੇਰ ਧੀ ਹੋਈ ਅਤੇ ਹੁਣ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਲੱਗੇ। ਇਸ ਵਾਰੀ ਰਮੇਸ਼ ਦੇ ਪਰਿਵਾਰ ਤੋਂ ਕੋਈ ਵੀ ਮਦਦ ਲਈ ਸਾਹਮਣੇ ਨਾ ਆਇਆ। ਇੱਕ ਦਿਨ ਰੇਖਾ ਦੀ ਜਠਾਣੀ ਦਾ ਮੁੰਡਾ ਸ਼ੁਭਮ ਖੇਲਦੇ ਘਰ ਦੇ ਪਿੱਛੇ ਚਲਾ ਗਿਆ। ਉੱਥੇ ਉਸ ਨੂੰ ਇੱਕ ਸੱਪ ਨੇ ਡਸ ਲਿਆ ਅਤੇ ਉਸਨੇ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਹ ਆਵਾਜ਼ਾਂ ਮਾਰ ਰਿਹਾ ਸੀ। ਉਸ ਦੀ ਆਵਾਜ਼ ਸੁਣਦੇ ਹੀ ਸਾਰੇ ਉਸ ਕੋਲ ਗਏ। ਉਸ ਦੀ ਹਾਲਤ ਖਰਾਬ ਹੋ ਗਈ ਸੀ। ਉਸ ਨੂੰ ਜਲਦੀ ਨਾਲ ਡਾਕਟਰ ਕੋਲ ਲੈ ਗਏ। ਇਲਾਜ ਦੇ ਦੌਰਾਨ ਸ਼ੁਭਮ ਨੇ ਦਮ ਤੋੜ ਦਿੱਤਾ। ਪੁੱਤ ਦੇ ਦੁੱਖ ਵਿੱਚ ਸਿੰਮੀ ਤੇ ਉਸ ਦੀ ਸੱਸ ਪੂਰੀ ਤਰ੍ਹਾਂ ਟੁੱਟ ਗਈਆਂ। ਉਸ ਸਮੇਂ ਰੇਖਾ ਨੇ ਆਪਣੀ ਜਠਾਣੀ ਨੂੰ ਦਿਲਾਸਾ ਦਿੱਤਾ ਕਿ ਦੀਦੀ ਚੁੱਪ ਹੋ ਜਾਓ, ਸ਼ਾਇਦ ਉਸ ਦਾ ਸਾਥ ਸਾਡੇ ਲਈ ਇੰਨਾ ਹੀ ਸੀ। ਵਿਧੀ ਦੇ ਵਿਧਾਨ ਨੂੰ ਕੋਈ ਨਹੀਂ ਮਿਟਾ ਸਕਦਾ। ਆਪਣਾ ਧਿਆਨ ਰੱਖੋ, ਹੋ ਸਕਦਾ ਸ਼ੁਭਮ ਤੁਹਾਡੇ ਗਰਭ ਵਿੱਚ ਦੁਬਾਰਾ ਆਵੇ, ਉਹ ਦੁਬਾਰਾ ਜਨਮ ਲਵੇ। ਰੇਖਾ ਆਪਣੇ ਪਰਿਵਾਰ ਨੂੰ ਸੰਕਟ ਦੀ ਘੜੀ ਵਿੱਚ ਸੰਭਾਲ ਰਹੀ ਸੀ। ਸਭ ਦੇ ਲਈ ਰੋਟੀ ਬਣਾਉਂਦੀ, ਉਹਨਾਂ ਦਾ ਧਿਆਨ ਰੱਖਦੀ, ਪਰ ਰੇਖਾ ਦੀ ਸੱਸ ਦਾ ਦਿਲ ਰੇਖਾ ਦੀ ਧੀਆਂ ਲਈ ਬਿਲਕੁਲ ਵੀ ਨਹੀਂ ਪਸੀਜਿਆ ਸੀ। ਫਿਰ ਵੀ ਉਹ ਸਾਰਾ ਕੰਮ ਬੜੇ ਪਿਆਰ ਨਾਲ ਕਰਦੀ ਤੇ ਆਪਣੀਆਂ ਧੀਆਂ ਨੂੰ ਵੀ ਸੰਭਾਲਦੀ। ਇੱਕ ਦਿਨ ਸਿੰਮੀ ਦੀ ਸੱਸ ਨੇ ਉਸ ਨੂੰ ਕਿਹਾ, ਤੂੰ ਇੱਕ ਵਾਰੀ ਫੇਰ ਮੈਨੂੰ ਇਸ ਘਰ ਦਾ ਵਾਰਸ ਦੇ, ਮੈਨੂੰ ਤਾਂ ਹੁਣ ਤੇਰੇ ਤੋਂ ਹੀ ਉਮੀਦ ਹੈ, ਤਾਂ ਸਾਡਾ ਵੰਸ਼ ਰੁਕ ਜਾਊਗਾ। ਸਿੰਮੀ ਗੁੱਸੇ 'ਚ ਬੋਲੀ, ਤੁਹਾਡੀ ਵਜ੍ਹਾ ਨਾਲ ਮੈਂ ਆਪਣੇ ਇੱਕ ਹੀ ਬੱਚਾ ਰੱਖਿਆ ਅਤੇ ਆਪਣੇ ਘਰ ਵਾਲੇ ਤੋਂ ਦੂਰ ਰਹੀ। ਤੁਹਾਡਾ ਡਰ ਸੀ ਕਿਤੇ ਧੀ ਨਾ ਹੋ ਜਾਵੇ। ਅੱਜ ਮੇਰੇ ਕੋਲ ਮੇਰੇ ਬੱਚੇ ਦੇ ਰੂਪ ਵਿੱਚ ਕੁਝ ਵੀ ਨਹੀਂ ਹੈ। ਹੌਲੀ ਸਾਰਾ ਕੁਝ ਖਤਮ ਹੋ ਗਿਆ ਸੀ। ਫਿਰ ਸਿੰਮੀ ਨੂੰ ਉਸਦੇ ਘਰ ਵਾਲੇ ਸੰਜੇ ਨੇ ਬਹੁਤ ਸਮਝਾਇਆ। ਇੱਕ ਵਾਰੀ ਫਿਰ ਸਿੰਮੀ ਮਾਂ ਬਣਨ ਵਾਲੀ ਸੀ। ਇਸ ਵਾਰੀ ਸਿੰਮੀ ਤੋਂ ਉਸਦੇ ਪਰਿਵਾਰ ਨੂੰ ਬਹੁਤ ਉਮੀਦਾਂ ਸੀ ਕਿ ਇੱਕ ਵਾਰੀ ਉਹ ਫੇਰ ਵਾਰਿਸ ਦਊਗੀ। ਉਹ ਦਿਨ ਆ ਗਿਆ ਜਿਸ ਦਿਨ ਸਿੰਮੀ ਨੂੰ ਦਰਦ ਹੋਣੇ ਸ਼ੁਰੂ ਹੋ ਗਏ। ਉਸ ਨੂੰ ਹਸਪਤਾਲ ਲੈ ਕੇ ਗਏ। ਲੇਬਰ ਰੂਮ ਵਿੱਚ 5 ਘੰਟੇ ਰਹਿਣ ਤੋਂ ਬਾਅਦ ਸਿੰਮੀ ਨੇ ਇੱਕ ਧੀ ਨੂੰ ਜਨਮ ਦਿੱਤਾ। ਕੁੜੀ ਬਾਰੇ ਸੁਣ ਕੇ ਰੇਖਾ ਦੀ ਸੱਸ ਗੁੰਮ ਹੋ ਗਈ ਸੀ। ਉਸਨੇ ਸਿੰਮੀ ਦੇ ਨਾਲ ਵੀ ਰੇਖਾ ਵਰਗਾ ਹੀ ਵਰਤਾਅ ਸ਼ੁਰੂ ਕਰ ਦਿੱਤਾ, ਪਰ ਰੇਖਾ ਨੇ ਆਪਣੀ ਜਠਾਣੀ ਦਾ ਸਾਥ ਨਾ ਛੱਡਿਆ। ਉਸ ਨੂੰ ਸਮੇਂ ਤੇ ਖਾਣਾ ਦਿੰਦੀ, ਉਸ ਦੀ ਕੁੜੀ ਦਾ ਵੀ ਧਿਆਨ ਰੱਖਦੀ, ਆਪਣੀਆਂ ਧੀਆਂ ਵਾਂਗ ਹੀ। ਹੁਣ ਰੇਖਾ ਦੀ ਜਠਾਣੀ ਸਿੰਮੀ ਨੂੰ ਸਮਝ ਆ ਗਿਆ ਸੀ ਕਿ ਜਿਸ ਰੇਖਾ ਨੂੰ ਉਸਨੇ ਔਖੇ ਸਮੇਂ ਵਿੱਚ ਆਪਣੀ ਸੱਸ ਦੇ ਨਾਲ ਰੱਖ ਕੇ ਸਾਥ ਨਹੀਂ ਦਿੱਤਾ ਸੀ, ਉਹੀ ਉਸ ਦੇ ਲਈ ਸਭ ਕੁਝ ਕਰ ਰਹੀ ਸੀ। ਉਸਨੂੰ ਰੇਖਾ ਦੇ ਨਾਲ ਕੀਤੇ ਆਪਣੇ ਵਰਤਾਅ ਤੇ ਸ਼ਰਮ ਆਉਂਦੀ ਸੀ। ਦੋਨੋਂ ਜਠਾਣੀਆਂ ਦਰਾਣੀਆਂ ਰਹਿਣ ਲੱਗੀਆਂ। ਤਿੰਨੇ ਕੁੜੀਆਂ ਨੂੰ ਬੜੇ ਪਿਆਰ ਨਾਲ ਪਾਲਿਆ। ਇਹ ਸਭ ਦੇਖ ਕੇ ਉਸ ਦੀ ਸੱਸ ਨੂੰ ਆਪਣੇ ਕੀਤੇ ਤੇ ਪਛਤਾਵਾ ਹੋਣ ਲੱਗਿਆ। ਅੱਜ ਉਹ ਬਿਲਕੁਲ ਇਕੱਲੀ ਰਹਿ ਗਈ ਸੀ। ਦੋਨੋਂ ਨੂੰਹਾਂ ਵਿੱਚੋਂ ਉਸ ਨਾਲ ਕੋਈ ਨਾ ਗੱਲ ਕਰਦੀ। ਰੇਖਾ ਆਪਣੀ ਬੜੀ ਧੀ ਦੁਆਰਾ ਰੋਟੀ ਭੇਜ ਦਿੰਦੀ। ਹੌਲੀ ਏਦਾਂ ਹੀ ਸਮਾਂ ਬੀਤਦਾ ਗਿਆ ਤੇ ਬੱਚੇ ਵੀ ਬੜੇ ਹੁੰਦੇ ਗਏ। ਹੁਣ ਰੇਖਾ ਦੀ ਵੱਡੀ ਕੁੜੀ 10 ਸਾਲ ਦੀ ਹੋ ਗਈ ਸੀ ਤੇ ਉਹ ਆਪਣੀ ਦਾਦੀ ਦੇ ਸਾਰੇ ਕੰਮ ਕਰਦੀ। ਇੱਕ ਦਿਨ ਰੇਖਾ ਤੇ ਉਸ ਦੀ ਜਠਾਣੀ ਸਿੰਮੀ ਆਪਣੇ ਕੰਮ ਵਿੱਚ ਰੁੱਝੀਆਂ ਸੀ।
ਦੋਨੋਂ ਪੁੱਤ ਦਫ਼ਤਰ ਗਏ ਸੀ ਤੇ ਤਿੰਨੇ ਬੱਚੇ ਸਕੂਲ। ਉਸ ਦਿਨ ਬੱਚਿਆਂ ਦੀ ਦਾਦੀ ਇਕੱਲੀ ਸੀ। ਅੱਜ ਕੁਝ ਤਬੀਅਤ ਵੀ ਠੀਕ ਨਹੀਂ ਸੀ। ਇੱਕ ਤਰਫ ਤਾਂ ਉਸ ਨੂੰ ਪਛਤਾਵਾ ਹੁੰਦਾ ਸੀ ਅਤੇ ਬੁਢੇਪੇ ਵਿੱਚ ਇਕੱਲੇਪਣ ਦਾ ਅਹਿਸਾਸ ਹੁੰਦਾ ਸੀ। ਆਪਣੇ ਚੰਗੇ ਤੇ ਮਾੜੇ ਕਰਮਾਂ ਬਾਰੇ ਸੋਚਦੀ ਰਹਿੰਦੀ। ਇਹੀ ਸੋਚਦੇ ਸੋਚਦੇ ਪੌੜੀਆਂ 'ਚੋਂ ਗਿਰ ਗਈ। ਉਸ ਦੇ ਸਿਰ 'ਤੇ ਸੱਟ ਲੱਗੀ, ਇੱਕ ਚੀਕ ਨਾਲ ਬੇਹੋਸ਼ ਹੋ ਗਈ। ਉਸ ਦੀ ਆਵਾਜ਼ ਸੁਣ ਕੇ ਸਾਰਾ ਪਰਿਵਾਰ ਦੌੜ ਕੇ ਆਇਆ ਤੇ ਉਸ ਨੂੰ ਜਲਦੀ ਨਾਲ ਹਸਪਤਾਲ ਲੈ ਗਏ। ਉੱਥੇ ਹੀ ਰਮੇਸ਼ ਅਤੇ ਉਸ ਦਾ ਭਰਾ ਸੰਜੇ ਵੀ ਆ ਗਏ। ਡਾਕਟਰਾਂ ਨੇ ਦੱਸਿਆ ਕਿ ਰੇਖਾ ਦੀ ਸੱਸ ਦੀ ਸਿਰ 'ਤੇ ਸੱਟ ਲੱਗੀ ਹੈ ਅਤੇ ਬਹੁਤ ਖੂਨ ਨਿਕਲ ਗਿਆ ਹੈ। ਜੇਕਰ ਉਹਨਾਂ ਨੂੰ ਖੂਨ ਮਿਲ ਜਾਵੇ ਤਾਂ ਜਲਦੀ ਠੀਕ ਹੋ ਜਾਣਗੇ। ਸਭ ਨੇ ਆਪਣਾ ਬਲੱਡ ਗਰੁੱਪ ਚੈੱਕ ਕਰਵਾਇਆ ਪਰ ਕਿਸੇ ਦਾ ਨਹੀਂ ਮਿਲਿਆ। ਹੁਣ ਰੇਖਾ ਹੀ ਬਚੀ ਸੀ ਤੇ ਉਸਨੇ ਆਪਣੀ ਸੱਸ ਨੂੰ ਖੂਨ ਦਿੱਤਾ ਕਿਉਂਕਿ ਉਸ ਦਾ ਬਲੱਡ ਗਰੁੱਪ ਮੈਚ ਕਰ ਗਿਆ ਸੀ। ਰੇਖਾ ਦਾ ਦਿਲ ਦੇਖ ਕੇ ਸਭ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਜਿਸ ਨੂੰ ਉਸ ਦੀ ਸੱਸ ਇੰਨਾ ਤੰਗ ਕਰਦੀ ਸੀ, ਉਸ ਤੋਂ ਬਾਅਦ ਵੀ ਉਹ ਆਪਣਾ ਖੂਨ ਦੇ ਕੇ ਉਸ ਦੀ ਜਾਨ ਬਚਾਵੇਗੀ। ਇਸ ਤੋਂ ਬਾਅਦ ਰੇਖਾ ਦੀ ਸੱਸ ਬਿਲਕੁਲ ਠੀਕ ਹੋ ਗਈ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਦੋਨੋਂ ਨੂੰਹਾਂ 'ਤੇ ਸ਼ੱਕ ਹੋਣ ਲੱਗਿਆ ਕਿ ਇਹਨਾਂ ਨੇ ਹੀ ਮੈਨੂੰ ਪੌੜੀਆਂ 'ਚ ਧੱਕਾ ਦਿੱਤਾ ਹੈ ਤੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਸੰਜੇ ਤੇ ਰਮੇਸ਼ ਨੇ ਆਪਣੀ ਮਾਂ ਦੇ ਕੋਲ ਗਏ ਤੇ ਉਹਨਾਂ ਨੇ ਦੱਸਿਆ ਕਿ ਮਾਂ, ਤੁਹਾਨੂੰ ਰੇਖਾ ਤੇ ਸਿੰਮੀ ਸਹੀ ਸਮੇਂ ਤੇ ਹਸਪਤਾਲ ਲੈ ਆਈਆਂ। ਜੇ ਉਹ ਤੁਹਾਨੂੰ ਨਾ ਲੈ ਕੇ ਆਉਂਦੀਆਂ ਤੇ ਰੇਖਾ ਤੁਹਾਨੂੰ ਆਪਣਾ ਖੂਨ ਨਾ ਦਿੰਦੀ ਤਾਂ ਅਸੀਂ ਤੁਹਾਨੂੰ ਹਮੇਸ਼ਾ ਲਈ ਖੋ ਦਿੰਦੇ। ਹੁਣ ਰੇਖਾ ਦੀ ਸੱਸ ਦੀ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਤੇ ਉਹ ਹੰਝੂ ਪਛਤਾਤਾਪ ਦੇ ਹੰਝੂ ਸੀ। ਉਸਨੇ ਆਪਣੀਆਂ ਦੋਨੋਂ ਨੂੰਹਾਂ ਨੂੰ ਬੁਲਾ ਕੇ ਕਿਹਾ, ਮੈਨੂੰ ਮਾਫ਼ ਕਰ ਦਿਓ। ਮੈਂ ਤੁਹਾਨੂੰ ਦੋਨਾਂ ਨੂੰ ਬਹੁਤ ਤੰਗ ਕੀਤਾ। ਮੈਂ ਰੇਖਾ ਦਾ ਕਰਜ਼ਾ ਸਾਰੀ ਜ਼ਿੰਦਗੀ ਨਹੀਂ ਉਤਾਰ ਸਕਦੀ। ਰੇਖਾ ਤੇ ਸਿੰਮੀ ਨੇ ਸਭ ਕੁਝ ਭੁਲਾ ਕੇ ਆਪਣੀ ਸੱਸ ਨੂੰ ਗਲੇ ਨਾਲ ਲਾ ਲਿਆ ਸੀ। ਪੂਰਾ ਪਰਿਵਾਰ ਬਹੁਤ ਖੁਸ਼ ਸੀ ਅਤੇ ਖੁਸ਼ੀ-ਖੁਸ਼ੀ ਵਾਪਸ ਘਰ ਆ ਗਏ। ਘਰ ਆਉਣ ਤੋਂ ਬਾਅਦ ਨੂੰਹਾਂ ਦੇ ਨਾਲ ਤਿੰਨੇ ਪੋਤੀਆਂ ਨੇ ਆਪਣੀ ਦਾਦੀ ਦੀ ਬਹੁਤ ਸੇਵਾ ਕੀਤੀ, ਪਰ ਹੁਣ ਉਸ ਨੂੰ ਸਮਝ ਆ ਗਿਆ ਸੀ ਕਿ ਬੇਟੇ ਹੀ ਕੁਲ ਦਾ ਦੀਪਕ ਨਹੀਂ ਹੁੰਦੇ, ਧੀਆਂ ਨਾਲ ਵੀ ਘਰ ਰੌਸ਼ਨ ਹੁੰਦੇ ਨੇ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਣੀ। ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ। ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ। ਨੋਟੀਫਿਕੇਸ਼ਨ ਬੈਲ ਨੂੰ ਪ੍ਰੈਸ ਕਰ ਲਿਓ ਤਾਂ ਜੋ ਅਗਲੀ ਕਹਾਣੀ ਤੁਹਾਡੇ ਕੋਲ ਪਹਿਲਾਂ ਪਹੁੰਚੇ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ ਤੇ ਨਾਲੇ ਯਾਦ ਰੱਖਿਓ, ਧੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ। ਆਪਾਂ ਫੇਰ ਮਿਲਾਂਗੇ ਇੱਕ ਨਵੀਂ ਕਹਾਣੀ ਨਾਲ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ।